उस नौजवान बेटे के साथ उस माँ का भी जनाजा उठा। इस जो अफसोसनाक बात यह है कि पीछे जो घर नजर आ रहा है ये उसी नौजवान का घर बनाया जा रहा था कि इस शख्स की शादी थी और उस शख्स को नहीं पता था कि घर तमीर होने से पहले ही जालिम उसको गोलियां मारकर कत्ल कर दिया। बस वो निकलिਆ मस्जिद ਦੀ ਅਗਲੀ ਸਾਈਡ ਤੇ ਗਿਆ, ਸਾਮੀ ਗੋਲੀ ਨੂੰ ਲੱਗੇ। ਟਾਰਗੇਟ ਹੀ ਇਸ ਸਾਈਡ ਤੇ ਹੋ ਰਿਹਾ ਸੀ ਗੋਲੀਆਂ ਦਾ, ਫਾਇਰਿੰਗ ਦਾ ਜੋ ਠੀਕ ਹੋ ਗਿਆ। ਬਾਕੀ ਨਹਾਇਤ ਸ਼ਰੀਫ ਇਤਨੀ ਕੋ ਹੈ। ਦੂਜੀ ਗੱਲ ਇਹ ਹੈ ਵੀ ਆਪਣੇ ਮੁਲਕ ਪਾਕਿਸਤਾਨ ਮੁਲਕ ਦੇ ਵਿੱਚ ਪਹਿਲਾ ਇਹ ਕੇਸ ਐਂਟਰ ਕੀਤਾ ਜਾਵੇ ਤਾਂ ਇਸ ਹਵਾਲੇ ਦੇ ਮੁਤਾਬਿਕ ਇਵੇਂ ਹੋਇਆ, ਵਰਨਾ ਹੋਇਆ ਨਹੀਂ ਜਿਵੇਂ ਸਾਡੇ ਨਾਲ ਹੋਇਆ। ਇੱਕੋ ਵਕਤ ਇੱਕੋ ਟਾਈਮ ਬੇਟਾ ਮਾਂ ਦੁਨੀਆ ਤੋਂ ਰੁਖਸਤ ਹੋ ਗਈ। कि वालदा तंदुरुस्त सन, ਬਿਲਕੁਲ ਤੰਦਰੁਸਤ ਨਾ, ਬਿਲਕੁਲ ਤੰਦਰੁਸਤ ਜੀ। ਨੌਜਵਾਨ ਇਹਨਾਂ ਬੱਚਿਆਂ ਨਾਲ ਬੱਚਿਆਂ ਕੋਲ ਬੈਠੀ ਹੋਈ ਨਾ ਦੀ ਐਵੇਂ ਮਹਿਸੂਸ ਹੁੰਦੀ ਜੀ ਹਮਸ਼ੀਰਾ। अस्सलाम वालेकुम नाज़रीन, 42 HD टीवी के साथ मैं हूं आपका मेज़बान उमर अली। नाज़रीन, इस वक्त थाना खोडियां का इलाका चोरकोट बस्ती पीरांवाला जहां पर मैं मौजूद हूं, एक 29 साला नौजवान जिसको गोलियां मारकर बेरहमी से कत्ल कर दिया गया। वो नौजवान जिसकी वालदा जब उसको पता चला कि उसके बेटे को गोली लगी है तो सदमे की हालत में वो वालदा भी वफात पा जाती है। उसी दिन में उस घर से 2 जनाजे उठते हैं। मैं इस वक्त उस जगह पर मौजूद हूँ जहाँ पर उस नौजवान को गोलियां मारी गई। मेरे अकब में अभी भी वो वहाँ पर उसका खून पड़ा हुआ है और जो फायरिंग की गई उस फायरिंग की जद में मस्जिद थी, उसकी दीवार के ऊपर फायर लगे। उसके बाद ट्रांसफार्मर जहाँ पर मौजूद है वहाँ पर भी फायर लगे हैं। अंदर चलते हैं, जो मदई मुकदमा है उनके अहले खाना हैं उनसे बात करते हैं और उनसे जानते हैं कि ये कत्ल क्यों, किस वजह से किया गया और तमाम तर मामला जो हुए हैं उसके पीछे असल कहानी क्या है। हक कत्ल कर दिया गया। कत्ल के साथ साथ जब उसकी वालदा को अपने बेटे की मौत का पता चला तो सदमे को बर्दाश्त ना करते हुए उस वालदा की भी मौत वाक़या हो जाती है। उस नौजवान बेटे के साथ उस माँ का भी जनाजा उठा इस घर से। उनके भाई मौजूद हैं जो मदई मुकदमा भी है, इनसे बात करते हैं और इस केस की जो तमाम तर तफसीलात हैं इनसे हासिल करते हैं। भाई की नाम से ਤੁਹਾਡੇ ਭਾਈ ਦਾ? ਮਾਮਾ ਤਨਵੀਰ ਸ਼ਾਹ। ਕੀ ਮਾਮਲਾ ਬਣਿਆ ਹੈ? ਮਾਮਲਾਤ ਬਣੇ ਨੂੰ ਬਹੁਤ, ਭਾਈ ਸਾਡਾ ਸ਼ਰੀਫ ਆਦਮੀ ਸੀ। ਅੱਜ ਤੱਕ ਤਾਂ ਸਾਡਾ ਕਿਸੇ ਨਾਲ ਕੋਈ ਮਾਮਲਾਤ ਨਹੀਂ, ਕੋਈ ਲੜਾਈ ਝਗੜਾ ਨਹੀਂ। ਤੇ ਬਸ ਘਰੋਂ ਬਾਹਰ ਨਿਕਲਿਆ, ਬਾਹਰ ਫਾਇਰਿੰਗ ਹੋ ਰਹੀ ਹੈ, ਬਾਹਰ ਨਿਕਲਿਆ ਤੇ ਗੋਲੀ ਚੱਲ। ਤੁਹਾਡੇ ਭਾਈ ਦੀ ਉਮਰ ਕਿੰਨੀ ਸੀ, ਕੰਮ ਕੀ ਕਰਦੇ ਸੀ? ਭਾਈ ਸਾਡਾ ਬੈਂਕ 'ਚ ਮੈਨੇਜਰ ਸੀ, 28-29 ਸਾਲ ਉਮਰ ਸੀ। ਅੱਛਾ, ਜੌਬ ਤੋਂ ਵਾਪਸ ਆਏ ਨੇ, ਉਸ ਤੋਂ ਬਾਅਦ ਜਦੋਂ ਘਰ ਆਏ ਟਾਈਮ ਕੀ ਸੀ ਔਰ ਇਹ ਸਾਰਾ ਵਕੂਆ ਕਿਵੇਂ ਹੋਇਆ, ਤੁਹਾਨੂੰ ਕਿਵੇਂ ਪਤਾ ਚੱਲਿਆ? 8 ਵਜੇ ਦਾ ਟਾਈਮ ਸੀ ਜਦੋਂ ਉਹ ਘਰ ਆਇਆ ਤੇ 9:10 ਤੇ ਕਤਲ ਹੋ ਗਿਆ। ਠੀਕ ਹੈ, ਤੁਸੀਂ ਉਸ ਟਾਈਮ ਕਿੱਥੇ ਸੀ, ਤੁਹਾਨੂੰ ਕਿਵੇਂ ਪਤਾ ਚੱਲਿਆ? ਅਸੀਂ ਮੇਰੀ ਦੁਕਾਨ ਹੈ ਕੁੜੀਆਂ ਬਾਜ਼ਾਰ में ਦੁੱਧ ਦੇਂਗੇ, ਮੈਂ ਆਪਣੀ ਦੁਕਾਨ ਤੇ ਸਾਂ। ਮੈਨੂੰ ਕਾਲ ਕਹੀ ਕਰੋ ਕਿ ਆਪਣਾ ਭਾਈ ਤਨਵੀਰ ਨੂੰ ਗੋਲੀ ਲੱਗ ਕੇ ਕਤਲ ਹੋ ਗਿਆ। ਤੇ ਘਰ ਵਾਲੇ ਚੌਕੀ ਕੇ ਲੈ ਕੇ ਆਏ ਨੇ, ਜੋ ਸਾਡੇ ਜੋ ਰਿਸ਼ਤੇਦਾਰ ਇਧਰ ਕਰੀਬੀ ਸੇ ਕੋਲ ਲੈ ਕੇ ਆਏ ਨੇ। ਹਸਪਤਾਲ ਤੋਂ ਪਹਿਲੇ ਉਹ ਇੱਧਰ ਹੀ ਫੌਤ ਹੋ ਗਿਆ ਸੀ। ਵੈਸੇ ਅਸੀਂ ਆਪਣਾ ਲੈ ਕੇ ਗਏ ਹਸਪਤਾਲ, ਸਾਨੂੰ ਯਕੀਨ ਸੀ ਵੀ ਅਸੀਂ ਹਸਪਤਾਲ ਹੀ ਜਾਈਏ, ਕਰਦਾ ਕਰਮ ਕਰੇ ਤੇ ਉਹਦਾ ਹੀ ਸੌਂਦਿਆਂ ਨਾਲ ਸਾਡੀ ਵਾਲਦਾ ਹੀ ਫੌਤ ਹੋ ਗਈ ਸੀ। ਅੱਛਾ, ਵਾਲਦਾ ਜਦੋਂ ਪਤਾ ਲੱਗਿਆ ਕਿ ਬੇਟਾ ਨੂੰ ਗੋਲੀ ਲੱਗ ਗਈ ਹੈ, ਘਰ ਸਨ, ਉਹਨਾਂ ਦੇ ਕੋਲ ਚਲੇ ਗਏ ਜਦੋਂ ਉਹਨਾਂ ਦੀ ਮੌਤ ਵਾਕਿਆ ਹੋਈ ਹੈ ਜਾਂ ਕਿੱਥੇ ਸੀ ਉਹ? ਵਾਲਦਾ ਘਰੋਂ ਬਾਹਰ ਨਿਕਲੀ ਹੈ, ਬਾਹਰ ਨਿਕਲਦੇ ਉਹਨੂੰ ਪਤਾ ਚੱਲ ਗਿਆ, ਦੱਸਿਆ ਗਿਆ ਜੀ ਤਨਵੀਰ ਕਤਲ ਹੋ ਗਿਆ, ਫੌਤ ਹੋ ਗਿਆ। ਬੇਟਾ ਯਾਨੀ ਕਿ ਫੌਤ ਹੋ ਗਿਆ। ਜਿੱਥੋਂ ਨੂੰ ਪਤਾ ਚੱਲਿਆ ਉੱਥੇ ਡਿੱਗ ਪਈ, ਉੱਥੇ ਫੌਤ ਹੋ ਉਹਨਾਂ ਦੀ ਵੀ ਮੌਕੇ ਤੇ ਡੈਥ ਹੋ ਗਈ। ਗਈ। ਮੌਕੇ ਤੇ ਡੈਥ ਹੋ ਗਈ। ਬਹੁਤ ਹੀ ਤਨਵੀਰ ਨਾਲ ਪਿਆਰ ਕਰਦੀ ਸੀ। ਨਾ ਤਨਵੀਰ ਨਾਲ ਪਿਆਰ ਕਰਦੀ, ਅਸੀਂ 7 ਭਰਾ ਤੇ ਹੋਰ ਕਿਸੇ ਨਾਲ ਵੀ ਇੰਨਾ ਪਿਆਰ ਨਹੀਂ ਕਰਦੀ ਜਿੰਨਾ ਤਨਵੀਰ ਨਾਲ ਪਿਆਰ ਕਰਦੀ। ਸੋ ਐਡਾ ਅੱਛਾ ਇਨਸਾਨ ਸੀ ਕਿ ਉਹਦੇ ਨਾਲ ਇੰਨਾ ਪਿਆਰ ਵਾਲਦਾ ਕਰਦੀ ਸੀ। ਆਪ ਹਿਸਾਬ ਲਾ ਲਓ ਕਿ ਕਿੰਨਾ ਅੱਛਾ ਜੇ 7 ਭਾਈ ਸੀ, ਬਾਕੀ ਨਾਲ ਕਿਉਂ ਨਹੀਂ ਨਾ ਕਰ। ਅੱਛਾ, ਮੈਨੂੰ ਦੱਸੋ ਕਿ ਵਜ੍ਹਾ ਕੀ ਬਣੀ, ਫਾਇਰਿੰਗ ਹੋ ਰਹੀ ਸੀ, ਕੌਣ ਲੋਕ ਸੀ ਔਰ ਤੁਹਾਡਾ ਭਾਈ ਉਸ ਫਾਇਰਿੰਗ ਦੀ ਸੱਚ ਕਿਵੇਂ ਆਇਆ? ਭਾਈ ਸਾਡਾ ਕੋਈ ਮਾਮਲਾਤ ਨਹੀਂ ਸੀ। ਪਰਲੀ ਨਿੱਕੇ ਯਾਰ ਦੇ ਹੋਰ ਲੋਕ ਹੈਗੇ ਨੇ, ਉਹਨਾਂ ਦਾ ਕੋਈ ਪਿੰਡ ਦੇ ਉਹਨਾਂ ਡੋਗਰਾਂ ਨਾਲ ਰੌਲਾ ਚੱਲਦਾ ਸੀ ਤੇ ਉਹ ਜਿਹੜੇ ਡੋਗਰ ਨੇ ਉਹ ਚੋਰ ਡਕੈਤ ਆਦਮੀ ਨੇ, ਪਹਿਲੇ ਵੀ ਉਹਨਾਂ ਦੇ ਮੁਕੱਦਮੇ ਚੱਲ ਰਹੇ ਨੇ, ਪਹਿਲੇ ਵੀ ਉਹਨਾਂ ਦੇ ਰਿਕਾਰਡ ਚੈੱਕ ਕੀਤੇ ਜਾਣ, ਪਹਿਲੇ ਵੀ ਉਹ ਮੁਕੱਦਮੇ ਜੋ ਡਕੈਤ ਨੇ, ਚੋਰ ਨੇ। ਅੱਛਾ, ਤੇ ਜ਼ਿਆਦਾ ਸਾਡੇ ਨਾਲ ਸਾਫ ਕੀਤਾ ਕਿੰਨੇ ਫਾਇਰ ਲੱਗੇ ਨੇ ਤੁਹਾਡੇ ਭਾਈ ਨੂੰ? ਸਾਡੇ ਭਾਈ ਨੂੰ ਇੱਕ ਫਾਇਰ ਲੱਗਿਆ, ਇੱਧਰੋਂ ਲੱਗ ਕੇ ਨਿਕਲ ਗਿਆ। ਇੱਕ ਹੀ ਕਿਸ ਜਗ੍ਹਾ ਤੇ ਫਾਇਰ ਲੱਗਾ? ਇੱਕ ਹੀ ਫਾਇਰ ਲੱਗਿਆ। ਉਸ ਤੋਂ ਬਾਅਦ ਪੁਲਿਸ ਤੁਹਾਡੇ ਤਮਾਮ ਤਰ ਕੇਸ 'ਚ ਕੀ ਤੁਹਾਡੀ ਹੈਲਪ ਕਰਦੀ ਸੀ? ਪੁਲਿਸ ਫਿਲਹਾਲ ਸਾਡੇ ਨਾਲ ਸਹੀ ਕਰ ਰਹੀ ਹੈ, ਸਾਡਾ ਮਾਮਲਾ ਵੇਖ ਰਹੀ ਹੈ। ਬਾਕੀ ਅਸੀਂ ਮਰੀਮ ਨਵਾਜ਼ ਦੇ ਅੱਗੇ ਅਪੀਲ ਕਰਨੀ ਹੈ ਸਾਡਾ ਕੇਸ CCTV ਨੂੰ ਦਿੱਤਾ ਜਾਵੇ ਕਿ ਜਲਦ ਤੋਂ ਜਲਦ ਜਲਦੀ ਤੋਂ ਜਲਦੀ। ਕਿੰਨੇ ਲੋਕਾਂ ਨੂੰ ਤੁਸੀਂ ਨਾਮਜ਼ਦ ਕੀਤਾ ਹੈ ਔਰ ਜਿਹੜੇ ਲੋਕ ਫਾਇਰਿੰਗ ਕਰਕੇ ਗਏ ਨੇ ਉਹਨਾਂ ਫਾਇਰਿੰਗ ਕਿੰਨੀ ਕੀਤੀ ਸੀ ਔਰ ਕਿੰਨੇ ਲੋਕ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਔਰ ਨਾਮਜ਼ਦ ਕਿੰਨੇ ਨੇ, ਨਾਮਲੂਮ ਕਿੰਨੇ? 20-25 ਲੋਕ ਸੀ ਜਿਨ੍ਹਾਂ ਫਾਇਰਿੰਗ ਕੀਤੀ ਹੈ। ਨਾਮਜ਼ਦ 5 ਬੰਦੇ ਨੇ ਤੇ ਨਾਮਲੂਮ 3 ਬੰਦੇ। ਉਸ ਤੋਂ ਬਾਅਦ FIR ਦਰਜ ਹੋਣ ਤੋਂ ਬਾਅਦ ਕਿੰਨੇ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ? 2 ਲੋਕ ਸਿਰਫ ਗ੍ਰਿਫਤਾਰ ਹੋਏ ਨੇ ਅਭੀ ਤੱਕ। ਤੁਹਾਡੇ ਭਾਈ ਦੀ ਰੂਟੀਨ ਕੀ ਸੀ, ਯਾਨੀ ਕਿ ਸਵੇਰ ਜੌਬ ਤੇ ਜਾਂਦਾ ਸੀ, ਵਾਪਸ ਕਿੰਨੇ ਵਜੇ ਆਉਂਦਾ ਸੀ, ਕਿੰਨਾ ਪੜ੍ਹੇ ਲਿਖੇ ਸੀ? ਸਾਡਾ ਭਾਈ ਐਫਏ ਕੀਤਾ ਸੀ ਉਹਨੇ ਤੇ
ਭਾਈ ਸਾਡਾ ਬਹੁਤ ਅੱਛਾ ਆਦਮੀ ਸੀ। ਸਵੇਰ ਜਾਂਦਾ ਸੀ 7-8 ਵਜੇ ਤੇ ਸ਼ਾਮੀ 7-8 ਵਜੇ ਜਾਂਦਾ। ਯਾਨੀ ਕਿ ਕਦੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ, ਕੋਈ ਮਾਮਲਾਤ ਨਹੀਂ। ਅੱਜ ਤੱਕ ਸਾਡਾ ਕਿਸੇ ਭਾਈ ਦਾ ਵੀ ਕੋਈ ਮਾਮਲਾ ਨਹੀਂ ਕਿਸੇ ਨਾਲ ਹੈਗੇ ਸੀ। ਉਹਦੇ ਤਾਂ ਅਸਲੋਂ ਹੀ ਖਾਸ ਕਰਕੇ ਕਿਸੇ ਨਾਲ ਨਹੀਂ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਭਾਈ ਨੂੰ ਜਿਹੜਾ ਫਾਇਰ ਲੱਗਾ ਹੈ ਇਹਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ? ਇਹਦੇ ਪਿੱਛੇ ਵਜ੍ਹਾ ਹੋ ਸਕਦੀ ਕਿ ਸਾਡੇ ਭਾਈ ਨੂੰ ਟਾਰਗੇਟ ਕੀਤਾ ਗਿਆ, ਕਿਤੇ ਜਾ ਕੇ ਤੇ ਟਾਰਗੇਟ ਕੀਤਾ ਗਿਆ। ठीक हो गया। उस तो बाद पुलिस ਤੁਹਾਡੇ ਨਾਲ कोऑपरेट कर रही है। हाँ जी, पुलिस ਸਾਡੇ ਨਾਲ। ये उनके भाई थे जो कि इस तमाम तर केस के अंदर मदई मुकदमा है, वो मौजूद हैं, इनसे भी बात करते हैं कि उस शख्स का अखलाक कैसा था और वो इस तमाम तर मामले के ऊपर जो वाकया रिपोर्ट हुआ है, जो फायरिंग हुई है, इस पर क्या कहते हैं? तालब शाह मेरा नाम है, मेरा भांजा ठीक है। तो गल की ही नहीं जा सकती जो सदमा साडे नाल होया बिला वजह होया दहशतगर्दी के हिसाब नाल उन्हां लोगों नाल साडा कोई तलक नहीं। पीर फकीर बंदे हाशमी खानदान नाल तलक साडा ठीक हो। ਅਸੀਂ ਤੇ ਇੰਨੇ ਜੋਗੇ ਵੀ ਨਹੀਂ ਆ ਵੀ ਪਿੱਛੇ ਅੱਗੇ ਜਾਣ ਨਾਲ ਵੀ ਸਾਡੀਆਂ ਤੇ ਗੁੰਜਾਇਸ਼ਾਂ ਨਹੀਂ ਹੈ, ਜ਼ਰੂਰਤਾਂ ਪੂਰੀਆਂ ਕਰਨ ਦੀ ਮਤਲਬ, ਲੇਕਿਨ ਸਾਡਾ ਕੋਈ ਕਸੂਰ ਨਹੀਂ। ਟਾਰਗੇਟ ਕੋਈ ਵੀ ਹੈ ਸੀ ਉਹਨਾਂ ਦਾ, ਕੋਈ ਵੀ ਮਿਸ਼ਨ ਹੈ ਸੀ, ਟਾਰਗੇਟ ਉਹਨਾਂ ਸਾਨੂੰ ਬਣਾਇਆ ਹੈ ਠੀਕ ਹੋ ਗਿਆ। ਸਾਡੇ ਬੇਟੇ ਦੀ ਉਹਨਾਂ ਜਾਨ ਲਈ ਬਿਲਾ ਵਜ੍ਹਾ ਲਈ ਨਹਾਇਜ਼ ਸ਼ਰੀਫ ਆ 5 ਵਕਤ ਨਮਾਜ਼ ਤਹज्जुद ਗੁਜ਼ਾਰ ठीक है। सुबह उन्हें ड्यूटी से जाना है, ज़रूरत है घर को किसी चीज़ मंगन दी तो उन्हें बोलना, वरना बोलना नहीं। दोस्त वेली 4 दफ़ा बुला से तो 1 दफ़ा बोल। आपकी जॉब करता है उतों आंदा है, आपका घर आंदा है नहा धो के ते फ्रैश हो के। एमरजेंसी हादसा होया है, प्रेशराइज होया है, दहशतगर्दी फैल गई, फायरिंग हो गई, 4 चफेरे ठीक हो गया। वो निकलिया उनके ज़हन च कोई गल नहीं सी भी साडी आबादी में कोई मसला पैदा होया है या नहीं। वो निकलिया भी की हो की किया, क्यों इतनी दहशतगर्दी फैल गई, हवाई फायर हो गए, सामे हो गए, जो भी है दीवारा शवारा ना तुम देख आए जी, सारा कुछ वेख्या जी। लेकिन वो मकसद इस वास्ते निकलिया भी एक बारी लड़ाई बुलारा तो किसी नाल है नहीं। ये क्यों हो गया? बस वो निकलिया मस्जिद अगली साइड ते गया, सामी गोली लगे। टारगेट ही इस साइड ते हो रही सी गोलियां दा फायरिंग दा जो ठीक हो गया। बाकी नहायत शरीफ इतनी को है। दूजी गल ये है भी अपने मुल्क पाकिस्तान मुल्क दे विच पहला ये केस एंटर किया जाए तो इस हवाले के मुताबिक इवें होया, वरना होया नहीं जिवें साडे नाल होया। इक्को वक्त इक्को टाइम बेटा मां दुनिया तो रुखसत हो गई। कि वालदा तंदुरुस्त सन, बिल्कुल तंदुरुस्त ना, बिल्कुल तंदुरुस्त जी। नौजवान इन्हां बच्चों नाल बच्चों कोल बैठी हुई ना दी एवें महसूस हुंदी जी हमशीरा इतनी कोई नौजवान ते दलेर आदमी सी। सुनदियां सारे उत्थे मौके ते इस तो वड्डा जी साडे नाल जुल्म नहीं हो सकता। लेकिन असीं ते करने जो कार्रवाई होगी FIR होगी उनके मुताबिक। और उतां भी साडी अपील है आला अदालतां विच भी ते आला इदारियां विच भी। लेकिन साडा फिल फौर मरियम नवाज साहिबा को अपील है खास कर, क्योंकि वो अपना ब्रिस्टल पंजाब की मालिक है। वो जो हुक्म देवे CTD नूं मिल जावे, असीं इतने जोगे नहीं आए। कल नूं हो सकता होर भी साडे नाल प्रॉब्लम वगैरह कर लवें, ये पैरवी करते पैन। लेकिन साडी तो अपील है। यानी कि तुहानूं इस चीज़ दा भी डर है कि कल नूं अगर किहड़ा केस है जी, है डर, बिल्कुल है जी, सानू है डर। असीं पैरवी करने माड़े बंदे हैं, गरीब बंदे हैं। वो उन्हां दे डेटे कटाए जावन पूरे जिले कसूर दे विच उन्हां दे हर जगह ते डेटे हैं। कोई फड़िंदा पिया, कोई कुटिंदा पिया, कोई छुटदा पिया। काफ़ी पर्चे हैं, रोड ब्लॉक करते हैं, लोगों को डकैतियां करते हैं, फायरिंग करते हैं, काफ़ी लोग मारे। लेकिन सानू इस गल का भी खदशा है ठीक है। लिहाजा मेहरबानी की जाए, सानू इस गल तो महफूज किया जाए। बस साड़ी तो अपील मरियम नवाज अगे भी CTD में दिता जाए जल्दी तो जल्दी। असीं देने जोगे भी नहीं हैं जात, मगर किराया बार बार से थाने भी पहुँचे। ये उनके अहले खाना थे जिनकी बात आप लोगों ने सुनी और तमाम तर मौक़िफ़ उस नौजवान के बारे में बताया कि वो शख्स कितना ईमानदार था और उस बंदे की इस पूरे गांव के अंदर किसी बंदे के साथ कोई लड़ाई झगड़ा नहीं है, बल्कि वालदा का उस बंदे के साथ इतना प्यार था। ये मेरे ख्याल में पाकिस्तान की तारीख का पहला केस होगा जिसमें बेटे की मौत का इतना सदमा कि वालदा बर्दाश्त नहीं कर सकी और उसी टाइम वालदा की भी मौत वाक़या हो जाती है। जहाँ पर बेटे का जनाजा उठना था उसी घर से बेटे के साथ साथ उस माँ का भी जनाजा उठता है, जो कि बिल्कुल बीमार नहीं थी, तंदुरुस्त थी। सिर्फ सदमा वो कि बेटे के साथ मोहब्बत इतनी थी कि बेटे की मौत बर्दाश्त नहीं कर सकी। मेरी हुकूमत से, CCD से और मुतलका जो पुलिस अफसरान हैं उनसे गुजारिश है कि इस तमाम तर मामले के ऊपर इन्वेस्टिगेशन करने के बाद, तमाम तर लोगों को गिरफ्तार करने के बाद उनको सज़ा दिलवानी चाहिए और करार वाक़या सज़ा ऐसी मिलनी चाहिए कि वो लोग इस मुआशरे के लिए निशाने इबरत बने। इसके साथ अपने मेज़बान उमैर अली को इजाज़त दीजिए और देखते रहिए